ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸੇ ਦੇ ਬਾਨੀ ਸਤਿਗੁਰੂ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ, ਉਹਨਾਂ ਵੱਲੋਂ ਸਥਾਪਿਤ ਮਹਾਨ ਬ੍ਰਹਮ ਵਿਦਿਆ ਦਾ ਦਾਨ ਦੇਣ ਵਾਲੀ ਇਹ ਟਕਸਾਲ, ਉਸ ਦਾ ਸਥਾਪਨਾ ਦਿਵਸ ਔਰ ਧੰਨ ਧੰਨ ਨਿਰੰਕਾਰ ਸਰੂਪ ਸ਼ਬਦ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦੀ ਮੁਕੰਮਲਤਾ ਜਿਸ ਸਰੂਪ ਵਿੱਚ ਅਸੀਂ ਅੱਜ ਦਰਸ਼ਨ ਕਰਦੇ ਹਾਂ, ਉਸ ਦਾ ਦਿਵਸ ਗਰੀਬ ਨਵਾਜ ਜੀ ਨੇ ਕਿਸ ਤਰੀਕੇ ਦੇ ਨਾਲ ਉਸ ਨੂੰ ਕੰਠੋ ਉਚਾਰਨ ਕਰਕੇ ਔਰ ਖਾਲਸੇ ਪੰਥ ਨੂੰ ਦਿੱਤਾ। ਖਾਲਸੇ ਪੰਥ ਦੇ ਉਜਲ ਭਵਿੱਖ ਨੂੰ ਵੇਖਦਿਆਂ ਹੋਇਆਂ ਦੇਹਧਾਰੀ ਜੋ ਗੁਰੂ ਪਰੰਪਰਾ ਸੀ, ਇਸ ਨੂੰ ਸਮਾਪਤ ਕਰਦਿਆਂ ਉਹਨਾਂ ਨੇ ਭਵਿੱਖ ਨੂੰ ਵੇਖਿਆ। ਔਰ ਜੋ ਆਦਿ ਸਤਿਗੁਰੂ ਸਨ, ਧੁਰ ਕੀ ਬਾਣੀ ਆਈ, ਸੋ ਜੋ ਧੁਰ ਤੋਂ ਇਹ ਸ਼ਬਦ ਸੀ ਉਹ ਸਤਿਗੁਰੂ ਸਾਹਿਬ ਜੀ ਨੇ ਪੂਰਨ ਤਰੀਕੇ ਦੇ ਨਾਲ ਪ੍ਰਗਟ ਕੀਤਾ। ਗੁਰੂ ਕਾਸ਼ੀ ਦਮਦਮੇ ਸਾਹਿਬ, ਫਿਰ ਉਹੀ ਪਾਵਨ ਸਰੂਪ ਗਰੀਬ ਨਵਾਜ ਜੀ ਹਜ਼ੂਰ ਸਾਹਿਬ ਲੈ ਕੇ ਗਏ। ਉੱਥੇ ਸਰੂਪ ਨੂੰ ਆਪ ਜੀ ਨੇ ਗੁਰਿਆਈ ਦਿੱਤੀ। ਔਰ ਇਹ ਅਸਲ ਦੇ ਵਿੱਚ ਜੋ ਇਹ ਟਕਸਾਲ ਜਿਸ ਨੂੰ ਆਪਾਂ ਕਹਿੰਦੇ ਹਾਂ ਬ੍ਰਹਮ ਵਿਦਿਆ ਦੇਣ ਵਾਲੀ, ਸੋ ਦਮਦਮਾ ਸਾਹਿਬ ਵੀ ਇਸ ਦੀ ਆਰੰਭਤਾ ਮੰਨੀ ਜਾ ਸਕਦੀ ਆ ਔਰ ਨਾਲ ਨਾਲ ਹਜ਼ੂਰ ਸਾਹਿਬ ਵੀ ਆਰੰਭਤਾ ਮੰਨੀ ਜਾ ਸਕਦੀ ਆ। ਕਿਉਂਕਿ ਜੋ ਆਮ ਪ੍ਰਚਲਿਤ ਸਾਖੀ ਹੈ ਕਿ ਗਰੀਬ ਨਵਾਜ ਜੀ ਨੇ ਜਦੋਂ ਕਥਾ ਉਹ ਸਾਰੇ ਸਮੇਂ ਦੇ ਅਨੁਸਾਰ ਸੁਣਾਈ ਅਤੇ ਉਸ ਵੇਲੇ 48 ਸਿੰਘ ਉਹਨਾਂ ਨੂੰ ਬਹੁਤ ਪ੍ਰਾਪਤੀ ਹੋਈ, ਜਿਸ ਨੂੰ ਆਪਾਂ ਬ੍ਰਹਮ ਗਿਆਨ ਕਹਿੰਦੇ ਹਾਂ। ਔਰ ਬ੍ਰਹਮ ਗਿਆਨ ਦੇ ਦੋ ਰੂਪ, ਉਸ ਸਾਰੀ ਜੋ ਇਹ ਕਿਰਪਾ ਵਾਪਰੀ ਗਰੀਬ ਨਵਾਜ ਜੀ ਦੀ ਇਹ ਜੋ ਕਲਾ ਇਹ ਦਰਸ਼ਨ ਕਰਨ ਨੂੰ ਮਿਲੀ ਆ, ਉਸ ਦੇ ਵਿੱਚ ਬ੍ਰਹਮ ਗਿਆਨ ਦੇ ਦੋਨੋਂ ਹੀ ਰੂਪ ਜੀਵਨ ਮੁਕਤੀ ਔਰ ਵਿਦੇਹ ਮੁਕਤੀ ਇਹ ਦੋਨੋਂ ਹੀ ਪ੍ਰਗਟ ਹੋ ਗਏ। ਜਿੱਥੇ 46 ਸਿੰਘਾਂ ਨੂੰ ਵਿਦੇਹ ਮੁਕਤੀ ਦੀ ਪ੍ਰਾਪਤੀ ਹੋਈ, ਵਸ਼ਿਸ਼ਟ ਜੀ ਜੋ ਰਾਮਚੰਦਰ ਦੇ ਗੁਰੂ ਸਨ ਤ੍ਰੇਤੇ ਦੇ ਵਿੱਚ, ਉਹਨਾਂ ਸੋ ਵਿਦਵਾਨਾਂ ਰਿਸ਼ੀਆਂ ਨੇ ਆਪਣੇ ਗ੍ਰੰਥ ਵਿੱਚ ਇਹਨਾਂ ਦੋਨਾਂ ਅਵਸਥਾਵਾਂ ਦਾ ਨਿਰੂਪਣ ਕੀਤਾ, ਇਹਨਾਂ ਦਾ ਵੱਖ ਕੀਤਾ। ਸੋ ਜੋ ਜੀਵਨ ਮੁਕਤ ਹੁੰਦੇ ਆ ਉਹਨਾਂ ਕੋਲ ਬ੍ਰਹਮ ਗਿਆਨ ਦਾ ਔਰ ਵਿਦੇਹ ਮੁਕਤੀ ਦਾ ਸਾਰਾ ਆਨੰਦ ਹੁੰਦਾ ਹੈ, ਪਰ ਉਹ ਪਰਉਪਕਾਰ ਨਿਤ ਚਿਤਵਤ ਹੈ। ਸੋ ਇਹ ਜੋ ਗੁਰਬਾਣੀ ਦਾ ਸਿਧਾਂਤ ਹੈ ਪਰਉਪਕਾਰ ਦਾ, ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ, ਇਹ ਵਿਦਿਆ ਸਫਲੀ ਤਾਂ ਹੈ ਜੇ ਪਰਉਪਕਾਰ ਵੱਲ ਲੈ ਕੇ ਜਾਵੇ। ਸੋ ਗਰੀਬ ਨਵਾਜ ਜੀ ਨੇ ਜਿੱਥੇ ਬੇਅੰਤ ਉਹਨਾਂ ਗੁਰਸਿੱਖਾਂ 'ਤੇ ਕਿਰਪਾ ਵਰੀ ਔਰ ਉਹਨਾਂ ਨੂੰ ਵਿਦੇਹ ਮੁਕਤੀ ਦਾ ਦਾਨ ਦਿੱਤਾ, ਉੱਥੇ ਦੋ ਗੁਰਸਿੱਖਾਂ 'ਤੇ ਗਰੀਬ ਨਵਾਜ ਜੀ ਦੀ ਵਿਸ਼ੇਸ਼ ਨਿਗਾਹ ਹੋਈ, ਜਿਨ੍ਹਾਂ ਪਾਸੋਂ ਗਰੀਬ ਨਵਾਜ ਨੇ ਸੇਵਾ ਲਈ। ਉਹ ਸਨ ਸਾਡੇ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਸ਼ਹੀਦ ਔਰ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਸ਼ਹੀਦ। ਸੋ ਪਹਿਲੀ ਇਹ ਵਿਚਾਰ ਕਿ ਇਹ ਟਕਸਾਲ ਕਿੱਥੇ ਆਰੰਭੀ, ਸੋ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੀਵਨ ਵੱਲ ਵੇਖੀਏ ਤੇ ਬਾਬਾ ਜੀ ਦਾ ਜੀਵਨ ਬਹੁਤ ਵਿਲੱਖਣ ਹੈ। ਜੋ ਗੁਰਬਾਣੀ ਦਾ ਆਪਾਂ ਸ਼ਬਦ, ਸੋ ਜਿਹਨੂੰ ਆਪਾਂ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਵਿੱਚ ਵੀ ਪੜ੍ਹਦੇ ਹਾਂ, ਖਿਆਲ ਪਾਤਸ਼ਾਹੀ ਦਸਵੀਂ, ਉਸ ਵਿੱਚ ਸ਼ਬਦ ਆਉਂਦਾ ਨਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸੋ ਸੰਪਰਦਾਇ ਦੀ ਪੜ੍ਹਾਈ ਮੁਤਾਬਕ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਇੱਕ ਸਾਖੀ ਜੁੜੀ ਆ ਇਹ ਸ਼ਬਦ ਦੇ ਨਾਲ ਕਿ ਉਹ ਗੁਰਮੁਖਾਂ ਦੇ ਨਾਮ ਜਿਉਂਦੇ, ਉਹਨਾਂ ਜਦੋਂ ਦੇਹ ਕਰਕੇ ਜਿਉਂਦੇ ਸਨ, ਉਹਦੇ ਨਾਮ ਦੇ ਨਾਲ ਹੀ ਉਸ ਮਹਾਨ ਗੁਰਸਿੱਖ ਦੇ ਸ਼ਹੀਦ ਲੱਗਣ ਲੱਗ ਪਿਆ। ਸੋ ਉਹ ਸਾਖੀ ਇਸ ਤਰੀਕੇ ਦੇ ਨਾਲ ਹੈ ਕਿ ਉਹ ਗੁਰਸਿੱਖ ਸਤਿਗੁਰੂ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਬੈਠਾ ਹੈ ਔਰ ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ, ਮਿੱਤਰ ਪਿਆਰੇ ਨੂੰ ਹਾਲ, ਔਰ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਫਕੀਰਾਂ ਨੂੰ। ਔਰ ਬਾਬਾ ਦੀਪ ਸਿੰਘ ਸਾਹਿਬ ਜੀ, ਕਿਉਂਕਿ ਸਿੱਖ ਦੀ ਭਾਵਨਾ ਗੁਰੂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ, ਸੋ ਇਹ ਟਕਸਾਲ ਇਹ ਗੁਰਬਾਣੀ ਉਚਾਰਨ ਦੇ ਕਾਰਨ ਵੀ ਗੁਰਸਿੱਖੀ ਦੀ ਭਾਵਨਾ ਨੂੰ ਵਧਾਉਣਾ ਹੀ ਸੀ, ਇਹ ਕੰਠੋ ਉਚਾਰਨਾ। ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮਹਿਸੂਸ ਕੀਤਾ ਕਿ ਆਪ ਜੀ ਨੇ ਕੀ ਸ਼ਬਦ ਵਰਤਿਆ, ਹਾਲ ਫਕੀਰਾਂ ਦਾ। ਸੋ ਫਕੀਰ ਜਿਹੜਾ ਫੱਕੇ ਵਾਸਤੇ ਉਹ ਮੰਗੇ ਭਿੱਖਿਆ ਲਵੇ। ਗਰੀਬ ਨਵਾਜ ਜੀ ਆਪ ਕੋਟ ਬ੍ਰਹਮੰਡ ਦੇ ਮਾਲਿਕ ਹੋ, ਆਪ ਜੀ ਚਵਰ ਛਤਰ ਤਖਤ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਿਕ ਹੋ, ਗੁਰੂ ਰਾਮਦਾਸ ਸਾਹਿਬ ਜੀ ਦੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਉਸ ਦੇ ਆਪ ਜੀ ਮਾਲਿਕ ਹੋ। ਸੋਢੀ ਵੰਸ਼ ਵਿੱਚੋਂ ਹੋ, ਇਸ ਮਹਾਨ ਅਵਤਾਰੀ ਵੰਸ਼ ਵਿੱਚੋਂ ਆਪ ਜੀ ਪ੍ਰਗਟ ਹੋਏ ਹੋ। ਖਾਲਸੇ ਦੇ ਬਾਨੀ ਸਤਿਗੁਰੂ ਹੋ ਔਰ ਫੌਜਾਂ ਦੇ ਮਾਲਿਕ ਹੋ।
ਗਰੀਬ ਨਵਾਜ ਜੀ ਆਪ ਜੀ ਕਿਵੇਂ ਸ਼ਬਦ ਵਰਤ ਸਕਦੇ ਹੋ ਫਕੀਰਾਂ ਵਾਸਤੇ? ਤੇ ਸਤਿਗੁਰੂ ਗਰੀਬ ਨਵਾਜ ਜੀ ਨੇ ਫਿਰ ਉਸ ਵੇਲੇ ਆਪਣੀ ਰਸਨਾ ਤੋਂ ਗੁਰਬਾਣੀ ਬਾਬਤ ਉਹਨਾਂ ਨੇ ਵਿਚਾਰ ਦਿੱਤੀ ਕਿ ਪਹਿਲੇ ਸਰੂਪ ਤੋਂ ਲੈ ਕਰਕੇ 10ਵੇਂ ਤੱਕ ਇਹ ਗੁਰਬਾਣੀ ਧੁਰ ਤੋਂ ਹੀ ਆਉਂਦੀ ਆਈ ਆ। ਸੋ ਇਹ ਸੁੱਤੇ ਸਿੱਧ ਅਕਾਲ ਪੁਰਖ ਵਾਹਿਗੁਰੂ ਹੀ ਸਾਡੀ ਰਸਨਾ ਤੇ ਬਿਰਾਜਮਾਨ ਸਨ। ਪ੍ਰਭ ਜੀ ਬਸਹਿ ਸਾਧ ਸਤਿਗੁਰੂ ਸਾਹਿਬ ਜੀ ਜੋ ਸਾਰਿਆਂ ਤੋਂ ਵੱਡੇ ਸਾਧ ਨੇ, ਉਹਨਾਂ ਦੀ ਰਸਨਾ ਤੇ ਬਿਰਾਜਮਾਨ ਹੋ ਕੇ ਗੁਰਬਾਣੀ ਉਚਾਰਦੇ ਆ। ਤੇ ਇਸ ਤਰੀਕੇ ਦੇ ਨਾਲ ਦੇਵ ਨੈਤ ਕਹਿ ਲਓ, ਧੁਰੋਂ ਸੰਜੋਗ ਦੇ ਮੁਤਾਬਕ ਇਹ ਗੁਰਬਾਣੀ ਦੇ ਵਿੱਚ ਸ਼ਬਦ ਫਕੀਰ ਹੀ ਆਇਆ ਹੈ। ਭਾਈ ਸਾਹਿਬ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬਹੁਤੇ ਬੇਨਤੀ ਕਰਨ ਤੋਂ ਸਤਿਗੁਰੂ ਜੀ ਨੇ ਇੱਕ ਸ਼ਰਤ ਰੱਖੀ ਕਿ ਬਾਬਾ ਜੀ ਭਾਈ ਸਾਹਿਬ ਜੀ ਸੋ ਇਹ ਸ਼ਬਦ ਬਦਲਿਆ ਜਾ ਸਕਦਾ ਆ, ਪਰ ਆਪ ਜੀ ਨੂੰ ਸ਼ਹੀਦੀ ਦੇਣੀ ਪਵੇਗੀ। ਔਰ ਬਾਬਾ ਜੀ ਨੇ ਤੁਰੰਤ ਇਸ ਗੱਲ ਦੀ ਹਾਂ ਕਰ ਦਿੱਤੀ ਕਿ ਮੈਂ ਕੀ ਮੇਰੇ ਵਰਗੇ ਅਨੇਕਾਂ ਸ਼ਹੀਦ ਹੋ ਜਾਣ, ਪਰ ਆਪ ਜੀ ਇਹ ਸ਼ਬਦ ਵਰਤੋ। ਉਸ ਵੇਲੇ ਗਰੀਬ ਨਵਾਜ ਜੀ ਨੇ ਇਹ ਸ਼ਬਦ ਤਬਦੀਲ ਕਰਕੇ ਤੇ ਮੁਰੀਦਾਂ ਪਾਇਆ। ਮੁਰੀਦ ਦਾ ਅਰਥ ਹੁੰਦਾ ਸੇਵਕ। ਤੇ ਉਹ ਗਰੀਬ ਨਵਾਜ ਜੀ ਦੇ ਉਸ ਮਹਾਨ ਗੁਰਸਿੱਖ ਤੇ ਪਹਿਲਾਂ ਹੀ ਇੰਨੀ ਕਿਰਪਾ ਸੀ, ਉਸ ਵੇਲੇ ਤੋਂ ਹੀ ਉਹਨਾਂ ਬਾਬਾ ਜੀ ਦੇ ਨਾਮ ਦੇ ਨਾਲ ਸ਼ਹੀਦ ਸ਼ਬਦ ਲੱਗਣ ਲੱਗ ਪਿਆ। ਜਿਹੜਾ ਇਹ ਮਿਸਲ ਸ਼ਹੀਦਾਂ ਦਾ ਵੀ ਜ਼ਿਕਰ ਆਉਂਦਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ, ਇਹ ਇਸ ਕਰਕੇ ਹੀ ਆ ਕਿਉਂਕਿ ਬਾਬਾ ਦੀਪ ਸਿੰਘ ਸਾਹਿਬ ਜੀ ਜਿਉਂਦੇ ਜਿਉਂ ਉਹਨਾਂ ਨੂੰ ਸ਼ਹੀਦ ਆਖਿਆ ਜਾਂਦਾ ਸੀ। ਸੋ ਇਹ ਮੁੜ ਕੇ ਵਿਚਾਰ ਤੇ ਲੈ ਕੇ ਆਈਏ ਕਿ ਗਰੀਬ ਨਵਾਜ ਜੀ ਕੰਠੋਂ ਗੁਰਬਾਣੀ ਉਚਾਰ ਰਹੇ ਆ ਸ੍ਰੀ ਦਮਦਮਾ ਸਾਹਿਬ, ਔਰ ਮੂਲ ਕਾਰਨ ਇਹੀ ਆ ਗੁਰਸਿੱਖੀ ਦੀ ਭਾਵਨਾ ਨੂੰ ਵਧਾਉਣਾ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸੱਚਖੰਡ ਗਮਨ ਕੀਤਾ ਤੇ ਉਸ ਵੇਲੇ ਗੁਰ ਇਤਿਹਾਸ ਦੇ ਵਿੱਚ ਇਹ ਵਾਕਿਆ ਆਉਂਦਾ ਆ ਕਿ ਗੁਰਸਿੱਖਾਂ ਦੇ ਮਨ ਵਿੱਚ ਇਹ ਥੋੜ੍ਹੀ ਕੁ ਵਿਚਾਰ, ਇਹ ਸ਼ੰਕਾ ਕਹਿ ਲਓ ਆਈ ਕਿ ਜੇ ਉਹ ਪਹਿਲੇ ਸਤਿਗੁਰਾਂ ਜਿੰਨੇ ਹੀ ਸਮਰੱਥ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਤੇ ਉਹ ਸੰਦੇਹ ਜਾਣਗੇ। ਤੇ ਗਰੀਬ ਨਵਾਜ ਜੀ ਨੇ ਉਹਨਾਂ ਦੇ ਮਨ ਦੀ ਬੁੱਝੀ ਔਰ ਸਾਰਿਆਂ ਦੀ ਕਲਿਆਣ ਸਤਿਗੁਰੂ ਸਾਹਿਬ ਜੀ ਹਮੇਸ਼ਾ ਆਪਣੇ ਚਿੱਤ ਵਿੱਚ ਰੱਖਦੇ ਆ। ਬੇਸ਼ੱਕ ਸਿੱਖ ਜਿਹੋ ਜਿਹੇ ਮਰਜ਼ੀ ਹੋਣ, ਗੁਰੂ ਸਾਹਿਬ ਹਰ ਤਰ੍ਹਾਂ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਆ। ਕਰਮ, ਵਿਦਿਆ, ਹੋਰ ਚੀਜ਼ਾਂ ਇਹ ਸਾਰੀਆਂ ਆੜੇ ਆਉਂਦੀਆਂ ਜ਼ਰੂਰ ਆ, ਪਰ ਗਰੀਬ ਨਵਾਜ ਆਪਣੀ ਸਿੱਖ ਦੀ ਹਮੇਸ਼ਾ ਹੀ ਬੌੜੀ ਕਰਦੇ, ਆਪਣੀ ਜ਼ਿੰਮੇਵਾਰੀ ਸਮਝਦੇ ਆ। ਸੋ ਐਸੇ ਕਿਰਪਾ ਨਿਧਾਨ ਪਾਰਸ ਕਲਾ ਰੱਖਣ ਵਾਲੇ ਸਤਿਗੁਰੂ ਸਾਹਿਬ ਜੀ ਨੇ ਉਸ ਦੂਜੇ ਜਾਮੇ ਵਿੱਚ ਉਹ ਸਿੱਖਾਂ ਦੇ ਮਨ ਵਿੱਚ ਇਹ ਸ਼ੰਕਾ ਨਾ ਆਵੇ, ਇਸ ਕਰਕੇ ਉਹਨਾਂ ਨੇ ਇੱਕਦਮ ਆਪਣੀ ਦੇਹ ਅਲੋਪ ਕਰ ਲਈ ਜਿੱਥੇ ਉਹ ਬੈਠੇ ਸਨ। ਤੀਸਰੇ ਪਾਤਸ਼ਾਹ ਜੀ ਉਹ ਲੰਗਰਾਂ ਵਿੱਚ ਸੇਵਾ ਕਰ ਰਹੇ ਸਨ, ਇੱਕਦਮ ਤੁਰੰਤ ਆਏ। ਉਹਨਾਂ ਨੇ ਇਹ ਸਾਰਾ ਕੌਤਕ ਵੇਖਿਆ, ਅਰਦਾਸ ਕੀਤੀ, ਇਹ ਮਾਲਿਕ ਜੀ ਆਪ ਜੀ ਇਸ ਪ੍ਰਕਾਰ ਕਰੋਗੇ ਤਾਂ ਫਿਰ 10 ਹੀ ਸਰੂਪ, ਜਿੰਨੇ ਵੀ ਸਰੂਪ ਅਗਾਂਹ ਜਾਣੇ ਆ ਸਾਰਿਆਂ ਨੂੰ ਇਸ ਪ੍ਰਕਾਰ ਹੀ ਕਰਨਾ ਪਵੇਗਾ, ਆਪ ਜੀ ਕਿਰਪਾ ਕਰੋ। ਉਸੇ ਵੇਲੇ ਸਤਿਗੁਰੂ ਸਾਹਿਬ ਜੀ ਦੀ ਦੇਹ ਵਾਪਸ ਪ੍ਰਗਟ ਹੋ ਗਈ। ਇਸ ਤਰੀਕੇ ਦੇ ਨਾਲ ਸੱਚਖੰਡ ਵਾਸੀ ਮਹਾਂਪੁਰਖਾਂ ਨੇ ਸਾਰੀ ਸਾਖੀ ਦੱਸੀ ਕਿ ਕੇਵਲ ਤਾਂ ਕੇਵਲ ਵੇ ਗੁਰੂ ਪ੍ਰਤੀ ਸਿੱਖ ਦੀ ਪੂਰਨ ਸ਼ਰਧਾ ਰਹਿ ਜਾਵੇ, ਇਸ ਵਾਸਤੇ ਸਤਿਗੁਰੂ ਸਾਹਿਬ ਜੀ ਇਹ ਸਾਰੇ ਕੌਤਕ ਕਰਦੇ ਰਹੇ ਆ। ਇਸੇ ਤਰੀਕੇ ਦੇ ਨਾਲ ਹੁਣ ਇਸ 10ਵੇਂ ਸਰੂਪ ਦੇ ਵਿੱਚ ਵੀ ਸਾਰੀ ਗੁਰਬਾਣੀ ਕੰਠੋਂ ਉਚਾਰ ਰਹੇ ਆ, ਔਰ ਇਸ ਵਿੱਚ ਵੀ ਬਹੁਤ ਇਹ ਸਾਰੀ ਜੋ ਇਹ ਖੇਡ ਵਰਤੀ, ਇਸ ਦੇ ਵਿੱਚ ਵੀ ਬਹੁਤ ਛੋਟੀਆਂ ਛੋਟੀਆਂ ਸਾਖੀਆਂ ਹੋਈਆਂ। ਜਿਸ ਤਰੀਕੇ ਦੇ ਨਾਲ ਉਹ ਜਿਹੜਾ ਲਿਖਣਸਰ ਵਾਲਾ ਸਰੋਵਰ ਆ, ਉੱਥੇ ਰੋਜ਼ ਗਰੀਬ ਨਵਾਜ ਇੱਕ ਕਲਮ ਸੁੱਟਦੇ ਆ ਤੇ ਅਗਲੇ ਦਿਨ ਇੱਕ ਹੋਰ ਕਲਮ ਤਿਆਰ ਹੁੰਦੀ ਆ। ਇਹ ਵੀ ਸੇਵਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤੀ, ਕਲਮ ਦਵਾਤ ਸ਼ਾਹੀ ਇਤਿਆਦਿ ਦੀ। ਤੇ ਉਹਦਾ ਵੀ ਜੇ ਆਪਾਂ ਕਾਰਨ ਦੇਖੀਏ, ਸਤਿਗੁਰੂ ਗਰੀਬ ਨਵਾਜ ਜੀ ਨੇ ਉਹਨਾਂ ਬ੍ਰਿਕਸ਼ਾਂ ਦੀ ਲੱਕੜੀ ਨੂੰ ਵੀ ਸਫਲ ਕਰ ਦਿੱਤਾ ਜਿਨ੍ਹਾਂ ਦੇ ਨਾਲ ਇਹ ਪਾਵਨ ਗੁਰਬਾਣੀ ਦਾ ਸਰੂਪ ਸਤਿਗੁਰੂ ਜੀ ਨੇ ਲਿਖਿਆ। ਸੋ ਇਹ ਕੰਠੋਂ ਉਚਾਰਨ ਦਾ ਮੁੱਖ ਕਾਰਨ ਇਹੀ ਸੀ ਕਿ ਸਿੱਖਾਂ ਦੀ ਇਹ ਸ਼ਰਧਾ ਰਵੇ। ਸੋ ਸਤਿਗੁਰੂ ਜੀ ਇਸ ਸਰੂਪ ਨੂੰ ਹਜੂਰ ਸਾਹਿਬ ਲੈ ਕੇ ਆਏ ਆ, ਔਰ ਉੱਥੇ ਹਜੂਰ ਸਾਹਿਬ ਦੇ ਵਿੱਚ ਭਾਈ ਮਣੀ ਸਿੰਘ ਸਾਹਿਬ ਜੀ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਦੋਨੋਂ ਹੀ ਹਾਜ਼ਰ ਹਨ। ਉਸ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਇਹ ਪਹਿਲੋਂ ਹੀ ਬਚਨ ਹੋਏ ਸਨ ਕਿ ਆਪ ਜੀ ਨੇ ਦਮਦਮੇ ਸਾਹਿਬ ਰਹਿ ਕਰਕੇ ਤੇ ਉੱਥੇ ਇੱਕ ਟਕਸਾਲ ਸ਼ੁਰੂ ਕਰਨੀ ਹੈ। ਭਾਈ ਮਣੀ ਸਿੰਘ ਸਾਹਿਬ ਜੀ ਨੂੰ ਸਤਿਗੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਬਤੌਰ ਸੇਵਾ ਤੇ ਉਹਨਾਂ ਨੂੰ ਹਜੂਰੀ ਜੋ ਗੁਰਿਆਈ ਵਾਲੀ ਬੀੜ ਸੀ ਉਸ ਦੇ ਨਾਲ ਭੇਜਿਆ, ਸ੍ਰੀ ਅੰਮ੍ਰਿਤਸਰ ਸਾਹਿਬ। ਔਰ ਉਸ ਵੇਲੇ ਇੱਕ ਖਾਸੀਅਤ ਆ, ਇੱਕ ਵਿਚਾਰ ਆ, ਇਹੋ ਜਿਹਾ ਸਮਾਂ ਸ਼ਾਇਦ ਭਾਈ ਮਣੀ ਸਿੰਘ ਸਾਹਿਬ ਜੀ ਦੇ ਜੀਵਨ ਵਿੱਚ ਆਇਆ ਆ ਤੇ ਫਿਰ ਜਾ ਕੇ ਜਿਹੜੇ ਹੁਣ ਹੋਏ ਆ ਜਥੇਦਾਰ ਕਿਰਪਾਲ ਸਿੰਘ ਤੇ ਉਹਨਾਂ ਦੇ ਜੀਵਨ ਕਾਲ ਦੌਰਾਨ ਹੋਇਆ ਹੈ ਕਿ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਔਰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਇੱਕੋ ਹੀ ਵਿਅਕਤੀ ਦੇ ਕੋਲ ਹੋਵੇ।
ਉਹ ਭਾਈ ਮਣੀ ਸਿੰਘ ਸਾਹਿਬ ਜੀ ਕੋਲ ਸੀ। ਇਹ ਦੋਨਾਂ ਅਸਥਾਨਾਂ ਦੀ ਸੇਵਾ। ਤੇ ਜਿਸ ਪ੍ਰਕਾਰ ਸੋ ਮਹਾਂਪੁਰਖਾਂ ਨੇ ਦੱਸਿਆ ਆ ਕਿ ਜਿਹੜੇ ਭਾਈ ਮਣੀ ਸਿੰਘ ਸਾਹਿਬ ਜੀ ਸਨ, ਇਹਨਾਂ ਦੇ ਵਿਦਿਆਰਥੀ ਹੋਏ ਆ, ਜਿਨ੍ਹਾਂ ਵਿੱਚੋਂ ਮੁੱਖ ਵਿਦਿਆਰਥੀ ਸਨ ਭਾਈ ਦੀਵਾਨ ਸਿੰਘ ਜੀ। ਇਸ ਤੋਂ ਇਲਾਵਾ ਭਾਈ ਗੁਰਦਿਆਲ ਸਿੰਘ ਜੀ, ਤੇ ਜਿਨ੍ਹਾਂ ਨੂੰ ਆਪਾਂ ਬਾਬਾ ਗੁਰਬਖਸ਼ ਸਿੰਘ ਜੀ ਅਮਰ ਸ਼ਹੀਦ, ਜਿਨ੍ਹਾਂ ਨੇ ਬਾਬੇ ਦੀਪ ਸਿੰਘ ਵਰਗਾ ਚੋਜ ਸੋ ਆਪਣਾ ਸਿਰ ਜੋ ਸੀ ਉਹਨਾਂ ਨੇ ਆਪਣੀ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਜੀ ਵਾਂਗੂ ਜਿਹਨਾਂ ਮਹਾਂਪੁਰਖਾਂ ਨੇ ਜੰਗ ਕੀਤਾ। ਇਹ ਅਸਲ ਦੇ ਵਿੱਚ ਜੇ ਆਪਾਂ ਪ੍ਰਣਾਲੀ ਦੇ ਦਰਸ਼ਨ ਕਰੀਏ ਔਰ ਜੇ ਗੁਰਮੁਖ ਪ੍ਰਕਾਸ਼ ਜਾਂ ਜੋ ਟੇਪ ਰਿਕਾਰਡ ਵਿੱਚ ਜੋ ਮਹਾਂਪੁਰਖਾਂ ਨੇ ਕਿਹਾ ਆ, ਇਹ ਤਿੰਨੇ ਹੀ ਗੁਰਮੁਖ ਪਿਆਰੇ ਭਾਈ ਮਣੀ ਸਿੰਘ ਸਾਹਿਬ ਜੀ ਦੇ ਵਿਦਿਆਰਥੀ ਸਨ। ਸੋ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਵੀ ਭਾਈ ਗੁਰਬਖਸ਼ ਸਿੰਘ ਜੀ ਦਾ ਇਤਿਹਾਸ ਜੁੜਿਆ ਹੈ ਕਿ ਉਸ ਮਿਸਲ ਦੇ ਵਿੱਚ ਇਹ ਆਏ ਆ। ਪਰ ਜੋ ਇਹ ਟਕਸਾਲ, ਜੋ ਇਹ ਬ੍ਰਹਮ ਵਿਦਿਆ ਦੀ ਦਾਤੀ ਆ, ਉਸ ਵਿੱਚ ਸੋ ਭਾਈ ਗੁਰਬਖਸ਼ ਸਿੰਘ ਜੀ ਹੋਣਾ ਨੇ ਵੀ ਭਾਈ ਮਣੀ ਸਿੰਘ ਸਾਹਿਬ ਜੀ ਪਾਸੋਂ ਵਿਦਿਆ ਪ੍ਰਾਪਤ ਕੀਤੀ ਔਰ ਇਸ ਤਰੀਕੇ ਦੇ ਨਾਲ ਇਹ ਸਮਾਂ ਚੱਲਦਾ ਰਿਹਾ। ਸੋ ਇਹ ਜਿਹੜੀ ਟਕਸਾਲ ਆ, ਇਹਦੇ ਵਿੱਚ ਦੋ ਕਹਿ ਲਵੋ ਪੱਖ ਰੱਖੇ ਜਾਂਦੇ ਆ। ਅਸਲ ਦੇ ਵਿੱਚ ਜਿਵੇਂ ਖਾਲਸਾ ਪੰਥ ਅਨੰਦਪੁਰ ਸਾਹਿਬ ਵਿੱਚ ਸਿਰਜਿਆ, ਪਰ ਖਾਲਸੇ ਨੂੰ ਅਨੰਦਪੁਰੀ ਖਾਲਸਾ ਥੋੜ੍ਹਾ ਕਹਿੰਦੇ ਆ, ਖਾਲਸਾ ਪੰਥ ਆਖਦੇ ਆ। ਇਸੇ ਤਰੀਕੇ ਦੇ ਨਾਲ ਜਿਹੜੀ ਇਹ ਟਕਸਾਲ ਆ, ਇਹ ਇਕੱਲੇ ਇੱਕ ਸ਼ਹਿਰ ਜਾਂ ਇੱਕ ਕਸਬੇ ਜਾਂ ਇਕੱਲੇ ਪੰਜਾਬ ਦਾ ਜਾਂ ਕਿਸੇ ਦੇਸ਼ ਦੇ ਨਾਲ ਇਸ ਦਾ ਸੰਬੰਧ ਨਹੀਂ। ਟਕਸਾਲ ਅਸਲ ਦੇ ਵਿੱਚ ਘੜੀਆ ਸ਼ਬਦ ਸੱਚੀ ਟਕਸਾਲ, ਇਹ ਗੁਰੂ ਸਾਹਿਬ ਜੀ ਨੇ ਗੁਰਸ਼ਬਦ ਦੇ ਪ੍ਰਚਾਰ ਵਾਸਤੇ, ਔਰ ਗੁਰਸ਼ਬਦ ਵਿੱਚ ਕੀ ਹੈ? ਮੁੱਖ ਭਗਤੀ, ਹਿਰਦੇ ਗਿਆਨ ਔਰ ਵਰਤਨ ਵੈਰਾਗ। ਸੋ ਆਮ ਜਦੋਂ ਗੁਰਸਿੱਖ ਕਥਾ ਕਰਦੇ ਆ ਵੀਰ ਅਸੀਂ ਯੋਧਿਆਂ ਦੀ, ਤੇ ਉਹ ਦਸਮ ਦੇ ਕ੍ਰਿਸ਼ਨ ਅਵਤਾਰ ਸੋ ਜੋ ਗੁਰਬਾਣੀ ਆ ਉਸ ਵਿੱਚੋਂ ਇਹ ਪੰਕਤੀਆਂ ਲੈਂਦੇ ਆ। ਧਨ ਜੀਓ ਤਹਿ ਕੋ ਜਗ ਮੈਂ ਮੁਕਤੇ ਹਰ, ਚਿੱਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਤੇ ਇਹ ਯੋਧਿਆਂ ਦੇ ਪ੍ਰਥਾਏ ਇਸ ਪੰਕਤੀ ਨੂੰ ਉਹ ਦਰਸਾਉਂਦੇ ਆ। ਜੇ ਇਹ ਦਸਮ ਦੀਆਂ ਪੰਕਤੀਆਂ ਦਾ ਦਰਸ਼ਨ ਕਰੀਏ ਤੇ ਇਹਨਾਂ ਦੇ ਵਿੱਚ ਅਸਲ ਦੇ ਵਿੱਚ ਬ੍ਰਹਮ ਗਿਆਨ ਦਾ ਹੀ ਕਥਨ ਹੈ। ਸੋ ਪਹਿਲੀ ਪੰਕਤੀ, ਧਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ, ਸੋ ਮੁਖ ਭਗਤੀ, ਚਿਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ। ਸੋ ਇਹ ਵੈਰਾਗ ਹੀ ਹੈ ਨਾ, ਜਿਹਨੂੰ ਵਰਤਨ ਵੈਰਾਗ ਕਹਿੰਦੇ ਆ। ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ। ਸੋ ਜਸ ਨਾਮ ਪਰਮੇਸ਼ਰ ਦੇ ਨਾਨਕ ਨਾਮ ਜਹਾਜ਼, ਸੋ ਜੋ ਇਹ ਜਸ ਰੂਪੀ ਜਹਾਜ਼, ਇਸ ਤੇ ਚੜ੍ਹੋ ਤੇ ਭਵ ਸਾਗਰ ਤੋਂ ਤਾਰ ਹੋ ਜਾਵੋ। ਸੋ ਧੀਰਜ ਧਾਮ ਬਣਾਏ ਇਹ ਤਨ, ਬੁੱਧ ਜਨ ਦੀਪਕ ਸਿਉ ਉਜਿਆਰੈ। ਸੋ ਇਸ ਤਰੀਕੇ ਦੇ ਨਾਲ ਗਿਆਨ ਹੈ ਕਿ ਬੜਨੀ ਮਨਹੁ ਹਾਥ ਲੈ, ਕਾਤਰ ਤਾਕਤ ਵਾਰ ਬਹਾਰੈ। ਔਰ ਬੜਨੀ ਦਾ ਅਰਥ ਇੱਥੇ ਹੁੰਦਾ ਝਾੜੂ। ਗਿਆਨ ਦਾ ਝਾੜੂ ਲਵੋ ਤੇ ਮਨਹੁ ਹਾਥ ਲੈ, ਮਨ ਰੂਪੀ ਹੱਥਾਂ ਦੇ ਵਿੱਚ ਇਹਨੂੰ ਫੜਨਾ ਕਰੋ। ਔਰ ਕਾਤਰਤਾ, ਜਿਹੜੀ ਕਾਇਰਤਾ ਹੈ, ਜਿਹੜੀ ਸਾਨੂੰ ਵਿਕਾਰਾਂ ਉੱਪਰ ਜਿੱਤ ਨਹੀਂ ਪਾਉਣ ਦਿੰਦੀ, ਜਿਹੜੀ ਸਾਨੂੰ ਪ੍ਰਤੱਖ ਜਿਹੜੇ ਦੁਸ਼ਮਣ ਆ ਜੋ ਬਾਹਰ ਖੜੇ ਆ ਉਹਨਾਂ ਦੇ ਨਾਲ ਜਿੱਤ ਨਹੀਂ ਪਾਉਣ ਦਿੰਦੀ, ਉਹ ਜਿਹੜੀ ਕਾਇਰਤਾ ਹੈ ਉਸ ਦਾ ਨਾਸ਼ ਕਿਸ ਤਰੀਕੇ ਦੇ ਨਾਲ ਹੋਣਾ? ਉਹ ਗਿਆਨ ਦੇ ਨਾਲ ਹੋਣਾ ਆ। ਔਰ ਗਰੀਬ ਨਵਾਜ ਜੀ ਨੇ ਜੋ ਟਕਸਾਲ ਆਰੰਭੀ ਹੈ, ਜਿੱਥੇ ਸੂਰਮ ਗਤੀ, ਜਿੱਥੇ ਯੋਧਾ ਹੋਣਾ ਔਰ ਜੋ ਮੀਰੀ ਪੀਰੀ ਦੇ ਸਿਧਾਂਤ ਦੇ ਵਿੱਚ ਮੀਰੀ ਸੋ ਪੰਥ ਦੀ ਹਿਫਾਜ਼ਤ ਕਰਨਾ ਇਹ ਟਕਸਾਲ ਇਹ ਕਰਦੀ ਆਈ ਆ, ਉੱਥੇ ਜੋ ਗਰੀਬ ਨਵਾਜ ਜੀ ਨੇ ਜੋ ਗਿਆਨ ਦਿੱਤਾ ਆ, ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਮੁਕੰਮਲ ਕੀਤਾ ਆ। ਕੋਈ ਐਸਾ ਹੋਰ ਧਰਮ ਤਾਂ ਨਹੀਂ ਹੈ ਜਿਸ ਦੇ ਰਹਿਬਰਾਂ ਨੇ ਆਪ ਕੋਈ ਇਸ ਤਰੀਕੇ ਦੀ ਸੰਸਥਾ ਬਣਾਈ ਹੋਵੇ ਜਿਸ ਤੋਂ ਇਹ ਅਰਥ ਸ਼ੁੱਧ ਸਿੱਖੇ ਜਾਣ। ਸੋ ਇਹ ਸਤਿਗੁਰੂ ਸਾਹਿਬ ਜੀ ਦਾ ਪਰਉਪਕਾਰ ਸੀ। ਸੋ ਇਸ ਤਰੀਕੇ ਦੇ ਨਾਲ ਭਾਈ ਮਣੀ ਸਿੰਘ ਸਾਹਿਬ ਜੀ ਨੇ ਇਹ ਟਕਸਾਲ ਅੱਗੇ ਤੋਰੀ ਆ, ਹੋਰ ਗਿਆਨੀ ਸਿੰਘਾਂ ਨੂੰ ਪੜ੍ਹਾਇਆ ਆ। ਉਹਨਾਂ ਗਿਆਨੀ ਸਿੰਘਾਂ ਦੀ ਸੂਚੀ ਆਪਾਂ ਬਹੁਤ ਵਾਰੀ ਸੁਣ ਚੁੱਕੇ ਹਾਂ। ਉਹਨਾਂ ਵਿੱਚੋਂ ਕਿਹੋ ਜਿਹੇ ਪਰਉਪਕਾਰੀ ਮਹਾਂਪੁਰਖ ਹੋਏ ਆ ਔਰ ਇਹਨਾਂ ਦਾ ਸਤਿਕਾਰ ਕਿੰਨਾ ਕੁ ਸੀ। ਸੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਅਸਲ ਦੇ ਵਿੱਚ ਭਾਈ ਮਣੀ ਸਿੰਘ ਸਾਹਿਬ ਜੀ ਤੋਂ ਲੈ ਕਰਕੇ ਹੁਣ ਤੱਕ ਲਗਭਗ ਸਾਰੇ ਹੀ ਦਮਦਮੀ ਟਕਸਾਲ ਜੋ ਇਹ ਸਤਿਗੁਰਾਂ ਦੀ ਟਕਸਾਲ ਹੈ, ਇਸ ਦੇ ਵਿਦਿਆਰਥੀ ਗੁਰਮੁਖ ਆਏ ਆ। ਭਾਈ ਮਣੀ ਸਿੰਘ ਸਾਹਿਬ ਜੀ ਜਿਸ ਵੇਲੇ ਸ਼ਹੀਦ ਹੋਏ ਆ, ਉਸ ਵੇਲੇ ਮੁਗਲ ਹਕੂਮਤ ਦਾ ਥੋੜ੍ਹਾ ਸਮਾਂ ਰਾਜ ਆਇਆ। ਗੋਪਾਲ ਦਾਸ ਨਾਮੇ ਇੱਕ ਮਹੰਤ, ਉਸ ਨੂੰ ਇਹ ਸੇਵਾ ਦੇ ਦਿੱਤੀ ਗਈ ਸੀ ਕਿਉਂਕਿ ਉਹ ਸਹਿਜਧਾਰੀ ਰੂਪ ਦੇ ਵਿੱਚ ਸੀ। ਉਹ ਮੁਗਲਾਂ ਨੂੰ ਜੋ ਪੰਥ ਦੇ ਨਾਲ ਦੁਸ਼ਮਣੀ ਸੀ ਉਸ 'ਤੇ ਨਹੀਂ ਕੱਢਦੇ ਸਨ।
ਪਰ ਵਾਪਸ ਇਹ ਜਿਹੜੀ ਸੇਵਾ ਆ ਭਾਈ ਸੂਰਤ ਸਿੰਘ ਜੀ, ਭਾਈ ਗੁਰਦਾਸ ਸਿੰਘ ਜੀ, ਭਾਈ ਸੰਤ ਸਿੰਘ ਜੀ ਔਰ ਇੱਕ ਹੋਰ ਗੁਰਮੁਖ ਪਿਆਰੇ ਭਾਈ ਪਰਦਮਨ ਸਿੰਘ ਜੀ, ਉਹ ਵੀ ਮਹਾਂਪੁਰਖਾਂ ਨੇ ਜੋ ਗੁਰਮੁਖ ਪ੍ਰਕਾਸ਼ ਵਿੱਚ ਸੂਚੀ ਲਿਖੀ ਆ ਉਸ ਦੇ ਵਿੱਚ ਉਹਨਾਂ ਦਾ ਨਾਮ ਵੀ ਟਕਸਾਲ ਦੇ ਮੁੱਖ ਗਿਆਨੀਆਂ ਦੇ ਵਿੱਚ ਉਹਨਾਂ ਨੇ ਲਿਖਿਆ ਆ। ਇਹ ਗੁਰਮੁਖ ਸਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਦੇ ਆਏ ਆ। ਔਰ ਉਹ ਜੋ ਛੋਟੀ ਪੁਸਤਕ ਹੈ ਸੰਖੇਪ ਇਤਿਹਾਸ ਦਮਦਮੀ ਟਕਸਾਲ, ਉਸ ਵਿੱਚ ਜੋ ਭਾਈ ਸੰਤ ਸਿੰਘ ਜੀ ਹੁਣਾਂ ਬਾਬਤ ਜੋ ਲਿਖਿਆ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਦਰਸ਼ਨਾਂ ਵਾਸਤੇ ਆਉਂਦੇ ਆ, ਇਤਿਆਦਿਕ ਕਿਵੇਂ ਉਹ ਟਕਸਾਲ ਦੇ ਜਿਹੜੇ ਮੁਖੀ ਗੁਰਮੁਖ ਸਨ ਉਹ ਪ੍ਰਕਰਮਾਂ ਦੇ ਵਿੱਚੋਂ ਬਿੱਠਾਂ ਸਾਫ਼ ਕਰਦੇ ਸਨ। ਦਾਸ ਨੇ ਦਰਸ਼ਨ ਕੀਤੇ ਆ। ਮਹਾਂਪੁਰਖਾਂ ਦੀ ਕਥਾ ਵਿੱਚ ਸੁਣਿਆ ਕਿ ਜੋ ਸੇਵਾ ਪੰਥੀ ਬਾਬਾ ਸ਼ਾਮ ਸਿੰਘ ਜੀ ਹੋਏ ਆ ਆਟਾ ਮੰਡੀ ਜਿਨ੍ਹਾਂ ਦਾ ਡੇਰਾ ਹੈ ਅੰਮ੍ਰਿਤਸਰ ਸਾਹਿਬ, ਉਹਨਾਂ ਦੀ ਜੋ ਹਥਲੀ ਪੁਸਤਕ ਆ ਹਰ ਪ੍ਰੇਮ ਭਗਤ ਪ੍ਰਕਾਸ਼, ਉਹਨਾਂ ਗੁਰਮੁਖ ਮਹਾਂਪੁਰਖਾਂ ਨੇ ਇਹ ਸਾਰੇ ਗਿਆਨੀਆਂ ਦੇ ਦਰਸ਼ਨ ਕੀਤੇ। ਇਹ ਜਿਹੜੀ ਸਾਰੀ ਘਟਨਾ ਹੈ ਨਾ ਕਿ ਸ਼ੇਰੇ ਪੰਜਾਬ ਦਾ ਆਉਣਾ ਤੇ ਉਹਨਾਂ ਗੁਰਮੁਖਾਂ ਭਾਈ ਸੰਤ ਸਿੰਘ ਜੀ ਉਹਨਾਂ ਨੇ ਕਹਿਣਾ ਕਿ ਅਸੀਂ ਹਾਲੇ ਦਰਸ਼ਨ ਨਹੀਂ ਦੇ ਸਕਦੇ, ਇਹ ਸਾਰੀ ਘਟਨਾ ਉਹ ਬਾਬਾ ਸ਼ਾਮ ਸਿੰਘ ਜੀ ਉਹਨਾਂ ਨੇ ਵੇਖੀ ਆ ਔਰ ਉਹਨਾਂ ਨੇ ਉਸ ਕਥਾ ਦਾ ਆਨੰਦ ਵੀ ਮਾਣਿਆ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਹੁੰਦੀ ਸੀ। ਸੋ ਇਸ ਤਰੀਕੇ ਦੇ ਨਾਲ ਇਹ ਟਕਸਾਲ ਕੇਂਦਰ ਦੇ ਨਾਲ ਜੁੜੀ ਹੈ, ਕੋਈ ਫਿਰਕਾ ਨਹੀਂ ਹੈ ਜਿਸ ਨੂੰ ਇਹ ਕਹਿ ਲਈਏ ਇੱਕ ਸ਼ਾਖ ਹੈ ਪੰਥ ਦੀ ਜਾਂ ਇੱਕ ਕੱਲੀ ਇੱਕ ਸੰਪਰਦਾਇ। ਸੋ ਸੰਪਰਦਾਇ ਦਾ ਅਸਲ ਮਾਇਨਾ ਮੰਨੀਏ ਤਾਂ ਇਹ ਹੁੰਦਾ ਹੈ ਜੋ ਸੰਪत्ति ਪੇ ਆਪਣੇ ਪੁੱਤਰ ਨੂੰ ਦੇ ਦੇਵੇ। ਸਾਰੀ ਸੰਪत्ति ਇਸੇ ਤਰੀਕੇ ਦੇ ਨਾਲ ਆਉਂਦੀ ਹੈ ਨਾ, ਕੋਈ ਇਸ ਤਰੀਕੇ ਜਿਹੜੇ ਲੁੱਟਦੇ ਆ ਕਿਸੇ ਕੋਲੋਂ ਉਹਨਾਂ ਨੂੰ ਡਕੈਤ ਕਹਿੰਦੇ ਆ, ਤੇ ਜਿਹੜੀ ਪੇ ਕੋਲ ਆਉਂਦੀ ਆ ਉਸ ਨੂੰ ਹੀ ਸੰਪत्ति ਕਹਿੰਦੇ ਆ, ਜਿਹੜੀ ਆਉਣੀ ਹੁੰਦੀ ਉਸ ਦਾ ਹੀ ਨਾਂ ਸੰਪਰਦਾਇ ਹੈ। ਪਿਤਾ ਕੌਣ? ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਲਾਇਕ ਸੁਪੁੱਤਰ ਕੌਣ? ਭਾਈ ਦਇਆ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਬਿਨੈ ਕੀਤੀ, ਜਿਨ੍ਹਾਂ ਨੇ ਉਹ ਬਿਨੈ ਕੀਤੀ ਸੀ ਜਿਹੜੀ ਉਹ ਆਦ ਦੇ ਵਿੱਚ ਆਈ ਨਾ ਸਾਰੀ ਘਟਨਾ ਕਿ ਕਿਵੇਂ ਉਹ ਗੁਰਸਿੱਖ ਤਾਈਂ ਚਪੇੜ ਮਾਰੀ ਗਈ ਜਦੋਂ ਉਹ ਗੁਰਬਾਣੀ ਪੜ੍ਹਦਾ ਸੀ। ਅਸਲ ਦੇ ਵਿੱਚ ਇਹ ਤਾਂ ਹੁਣ ਦੀਆਂ ਪੁਸਤਕਾਂ ਵਿੱਚ ਸ਼ਬਦ ਆਉਣ ਲੱਗਾ ਕਿ ਉਹਦੇ ਚਪੇੜ ਮਾਰੀ ਸੀ। ਜੇ ਸੂਰਜ ਪ੍ਰਕਾਸ਼ ਵਿੱਚ ਉਸ ਪ੍ਰਸੰਗ ਨੂੰ ਵੇਖੀਏ ਜਾਂ ਜਿਸ ਤਰੀਕੇ ਦੇ ਨਾਲ ਸੱਚਖੰਡ ਵਾਸੀ ਮਹਾਂਪੁਰਖਾਂ ਨੇ ਗੁਰਮੁਖ ਪ੍ਰਕਾਸ਼ ਵਿੱਚ ਲਿਖਿਆ ਨਾ, ਗਰੀਬ ਨਵਾਜ ਜੀ ਨੇ ਕਿਹਾ ਸੀ ਕਿ ਉਹਨੂੰ ਚਾਟਾ ਛਕਾਓ ਜਾਂ ਮਾਰਨਾ, ਇਸ ਤਰੀਕੇ ਦੇ ਨਾਲ ਬਚਨ ਕੀਤਾ ਸੀ। ਇੱਕ ਨਹੀਂ ਬਲਕਿ ਇੱਕ ਮਾਰਨ ਲੱਗਾ ਸਾਰੀ ਸੰਗਤ ਉੱਠ ਕੇ ਤੇ ਉਹਨੂੰ ਬੇਹੋਸ਼ ਕਰ ਦਿੱਤਾ ਸੀ। ਸੋ ਇਹੋ ਜਿਹਾ ਉਹ ਸਾਰਾ ਉਹ ਵੇਖਿਆ ਭਾਈ ਦਇਆ ਸਿੰਘ ਸਾਹਿਬ ਜੀ ਨੇ, ਉਹਨਾਂ ਦੇ ਵਿੱਚ ਦਇਆ ਆਈ ਇੰਨੀ ਤੇ ਉਹਨਾਂ ਨੇ ਇਹ ਸਾਰਾ ਇਹ ਕੀਤਾ। ਸੋ ਇਸ ਤਰੀਕੇ ਦੇ ਨਾਲ ਇਹ ਦਮਦਮੀ ਟਕਸਾਲ ਇਹ ਵਿਚਾਰ ਇਹ ਚੱਲ ਰਹੀ ਸੀ ਕਿ ਫਿਰਕਾ ਨਹੀਂ, ਇਹ ਬਲਕਿ ਕੇਂਦਰ ਦੇ ਨਾਲ ਜੁੜਿਆ ਹੋਇਆ ਹੈ। ਸੋ ਕਮੀ ਕਿੱਥੇ ਆ ਰਹੀ ਆ? ਸੋ ਇਹ ਕਮੀ ਆ ਰਹੀ ਆ ਸਾਡੀਆਂ ਵਿਚਾਰਾਂ ਦੇ ਵਿੱਚ। ਸੋ ਇਹ ਨਾ ਸੰਪਰਦਾਇ ਗਿਆਨੀਆਂ ਦੇ ਵਿੱਚ ਇੱਕ ਭਾਈ ਚੰਦਾ ਸਿੰਘ ਜੀ ਹੋਏ ਆ ਤੇ ਉਹ ਭਾਈ ਚੰਦਾ ਸਿੰਘ ਜੀ ਨੂੰ ਜੋ ਭਾਈ ਵੀਰ ਸਿੰਘ ਜੀ ਹੋਏ ਆ ਚੀਫ ਖਾਲਸੇ ਵਾਲੇ, ਜਿਨ੍ਹਾਂ ਨੇ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਭਾਈ ਵੀਰ ਸਿੰਘ ਸਾਹਿਬ ਜੀ ਜਿਹੜੇ ਸਨ ਉਹਨਾਂ ਦੇ ਜੋ ਵਿਦਿਆ ਗੁਰੂ ਸਨ ਉਹ ਭਾਈ ਚੰਦਾ ਸਿੰਘ ਜੀ ਤੋਂ ਪੜ੍ਹੇ ਸਨ। ਸੋ ਇਸ ਤਰੀਕੇ ਦੇ ਨਾਲ ਕਈ ਗੁਰਮੁਖਾਂ ਨੇ ਇਹ ਸ਼ੰਕੇ ਥੋੜ੍ਹੇ ਕੁ ਪਾਏ ਆ ਕਿ ਉਹ ਜੋ ਸੰਪਰਦਾਇ ਪ੍ਰਣਾਲੀ ਆਉਂਦੀ ਆ ਜਪਜੀ ਸਾਹਿਬ ਵਾਲੇ ਟੀਕੇ ਵਿੱਚ ਜਾਂ ਖਾਲਸਾ ਜੀਵਨ ਵਿੱਚ, ਉਸ ਦੇ ਵਿੱਚ ਭਾਈ ਵੀਰ ਸਿੰਘ ਜੀ ਉਹਨਾਂ ਦਾ ਨਾਮ ਆਉਂਦਾ ਆ, ਪਰ ਉਹਨਾਂ ਦੇ ਪਾਠਾਂ ਦੇ ਵਿੱਚ ਤਾਂ ਕੁਛ ਕੁ ਵਿਚਾਰਾਂ ਦੇ ਵਿੱਚ ਉਚਾਰਨਾਂ ਦੇ ਵਿੱਚ ਮਹੱਲਾ ਸ਼ਬਦ ਇਤਿਆਦਿ ਇਹ ਫਰਕ ਥੋੜ੍ਹਾ ਕੁ ਆਉਂਦਾ ਆ। ਸੋ ਇਹ ਜ਼ਰੂਰੀ ਤਾਂ ਨਹੀਂ ਹੁੰਦਾ ਨਾ ਕਿ ਇੱਕ ਉਸਤਾਦ ਦੇ ਸਾਰੇ ਵਿਦਿਆਰਥੀ ਸਾਰੀ ਵਿੱਦਿਆ ਗ੍ਰਹਿਣ ਕਰਨ, ਪਰ ਜੋ ਮੁੱਖ ਗਿਆਨੀ ਸਨ ਉਹਨਾਂ ਸਾਰਿਆਂ ਦਾ ਤਾਂ ਪਾਠ ਇੱਕ ਹੀ ਸੀ, ਵਿਚਾਰ ਵੀ ਇੱਕ ਹੀ ਸੀ। ਸੋ ਇਸ ਕਰਕੇ ਹੀ ਆ ਕਿ ਉਹਨਾਂ ਨੂੰ ਹਰਿਮੰਦਰ ਸਾਹਿਬ ਜੀ ਦੀ ਸੇਵਾ ਮਿਲਦੀ ਰਹੀ ਆ। ਸੋ ਉਹ ਜਿਹੜੇ ਭਾਈ ਚੰਦਾ ਸਿੰਘ ਜੀ ਸਨ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਤਿਆਰ ਕੀਤਾ ਔਰ ਹੁਣ ਦੇ ਸਮੇਂ ਦੇ ਵਿੱਚ ਉਹ ਪ੍ਰਗਟ ਹੋ ਰਿਹਾ ਹੈ। ਔਰ ਜਿਨ੍ਹਾਂ ਗੁਰਮੁਖਾਂ ਨੇ ਉਸ ਦੇ ਦਰਸ਼ਨ ਕੀਤੇ ਆ ਉਹ ਕਹਿ ਰਹੇ ਆ ਕਿ ਜੋ ਸੱਚਖੰਡ ਵਾਸੀ ਮਹਾਂਪੁਰਖਾਂ ਨੇ ਸੰਤ ਗੁਰਬਚਨ ਸਿੰਘ ਜੀ ਨੇ ਟੇਪ ਰਿਕਾਰਡ ਵਿੱਚ ਕਥਾ ਕੀਤੀ ਆ, ਇਨ ਬਿਨ ਉਸ ਟੀਕੇ ਦੇ ਨਾਲ ਉਹ ਮਿਲ ਰਹੀ ਆ। ਸੋ ਭਾਵ ਇਹ ਆ ਕਿ ਜਿਹੜੀ ਸਤਿਗੁਰੂ ਸਾਹਿਬ ਜੀ ਨੇ ਵਿਦਿਆ ਉੱਥੇ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਵਿੱਚ ਦਿੱਤੀ ਆ, ਇਹ ਤਾਂ ਸਾਡੀ ਤੁੱਛ ਬੁੱਧੀ ਹੋਊਗੀ ਨਾ ਜਿਹੜੀ ਕਹੇਗੀ ਕਿ ਉਹ ਵਿਦਿਆ ਅਲੋਪ ਹੋ ਗਈ। ਤੇ ਗੁਰੂ ਸਾਹਿਬ ਜੀ ਪਰਮ ਪ੍ਰਯੋਜਨ ਲੈ ਕੇ ਆਏ ਆ ਸੱਚਖੰਡ ਤੇ। ਗੁਰੂ ਨਾਨਕ ਸਾਹਿਬ ਜੀ ਬਾਬਤ ਆਪਾਂ ਕਹਿੰਦੇ ਨਾ ਵੀ ਕਲਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡਰਿਆ, ਉਹ ਸਾਰੇ ਸਮੇਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਆਏ ਆ। ਤੇ ਗੁਰੂ ਮਹਾਰਾਜ ਜੀ ਦੀ ਖੋਜ ਦੇ ਵਿੱਚ ਜਾਂ ਗੁਰੂ ਮਹਾਰਾਜ ਜੀ ਦੇ ਤਰੀਕੇ ਦੇ ਵਿੱਚ ਕੋਈ ਫਰਕ ਨਹੀਂ ਹੈ। ਸੋ ਇਹ ਸਾਰੀ ਬ੍ਰਹਮ ਵਿਦਿਆ ਉਸੇ ਤਰੀਕੇ ਦੇ ਨਾਲ ਮੁਕੰਮਲ ਰਹੀ। ਇੱਕ ਸਬੂਤ ਇਹ ਹੈ ਜੋ ਭਾਈ ਚੰਦਾ ਸਿੰਘ ਜੀ ਦਾ ਟੀਕਾ ਹੈ।
ਸੋ ਇੱਕ ਹੋਰ ਵਿਚਾਰ ਹੈ ਸੱਤੋ ਕੀ ਗਲੀ ਵਾਲੀ ਟਕਸਾਲ, ਜੋ ਅੰਮ੍ਰਿਤਸਰੀ ਟਕਸਾਲ ਜਿਸ ਦਾ ਨਾਮ ਹੈ। ਸੋ ਕੁਛ ਕੁ ਗੁਰਮੁਖ ਇਸ ਪਾਸੇ ਲੈ ਜਾਂਦੇ ਆ ਕਿ ਇਹ ਅਮੀਰ ਭੰਡਾਰ ਦੇ ਅਰਥ ਹੋਰ ਨੇ, ਮਹਾਂਪੁਰਖਾਂ ਦੇ ਅਰਥ ਹੋਰ ਆ। ਸੋ ਪਹਿਲੀ ਤਾਂ ਗੱਲ ਇਸ ਪਾਸੇ ਜਾਣਾ ਹੀ ਨਹੀਂ ਚਾਹੀਦਾ, ਕਿਉਂਕਿ ਆਪਾਂ ਤੱਤ ਹੀ ਲੈਣਾ ਹੈ। ਜੇ ਗੁਰੂ ਸਾਹਿਬ ਤੇ ਸਾਡਾ ਨਿਸ਼ਚਾ ਹੈ ਤੇ ਗੁਰੂ ਕੋਲੋਂ ਗਿਆਨ ਹੀ ਲੈਣਾ ਨਾ। ਜੋ ਇਹ ਆਲਤੂ ਫਾਲਤੂ ਦੀਆਂ ਗੱਲਾਂ, ਇਹ ਸਮੇਂ ਦੀ ਬਰਬਾਦੀ ਹੈ। ਪਰ ਫਿਰ ਵੀ ਥੋੜੀ ਕੁ ਵਿਚਾਰ ਕਰੀਏ ਕਿ ਸੰਤ ਅਮੀਰ ਸਿੰਘ ਜੀ ਕੌਣ ਹੋਏ ਨੇ ਗੁਰਮੁਖ। ਸੋ ਜਿਵੇਂ ਭਾਈ ਮਣੀ ਸਿੰਘ ਸਾਹਿਬ ਜੀ ਦੇ ਜੀਵਨ ਵਿੱਚ ਆਇਆ ਨਾ ਕਿ ਉਹਨਾਂ ਦੇ ਵਿਦਿਆਰਥੀ ਸਨ ਭਾਈ ਦੀਵਾਨ ਸਿੰਘ ਜੀ, ਭਾਈ ਗੁਰਦਿਆਲ ਸਿੰਘ ਜੀ ਤੇ ਭਾਈ ਗੁਰਬਖਸ਼ ਸਿੰਘ ਜੀ। ਤਿੰਨ ਗੁਰਮੁਖ ਹੋਏ ਆ ਨਾ। ਇਸ ਹੀ ਪ੍ਰਕਾਰ ਜਿਹੜੇ ਭਾਈ ਭਗਵਾਨ ਸਿੰਘ ਜੀ ਹੋਏ ਆ, ਸੰਤ ਗਿਆਨੀ ਭਗਵਾਨ ਸਿੰਘ ਜੀ, ਜਿਨ੍ਹਾਂ ਨੂੰ ਦਮਦਮੀ ਟਕਸਾਲ ਦੇ ਮੁਖੀ ਮੰਨਿਆ ਜਾਂਦਾ ਆ, ਉਹੀ ਬ੍ਰਹਮ ਵਿਦਿਆ ਦਾਤੇ ਸਨ ਸੰਤ ਹਰਨਾਮ ਸਿੰਘ ਜੀ ਬੇਦੀ ਹੋਣਾ ਦੇ, ਤੇ ਉਹੀ ਬ੍ਰਹਮ ਵਿਦਿਆ ਦਾਤੇ ਸਨ ਸੰਤ ਬਾਬਾ ਅਮੀਰ ਸਿੰਘ ਜੀ ਸੱਤੋ ਕੀ ਗਲੀ ਵਾਲੇ ਟਕਸਾਲ ਦੇ, ਜਿਨ੍ਹਾਂ ਗੁਰਮੁਖਾਂ ਨੇ 60 ਮੁਕੰਮਲ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹਨਾਂ ਗੁਰਮੁਖ ਮਹਾਂਪੁਰਖਾਂ ਨੇ ਕੀਤੀਆਂ। ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਵਿਦਿਆਰਥੀ ਸੰਤ ਕਿਰਪਾਲ ਸਿੰਘ ਜੀ ਉਹਨਾਂ ਨੇ ਇਹ ਸੇਵਾ ਸਾਂਭੀ ਆ। ਪਰ ਜਿਸ ਤਰੀਕੇ ਦੇ ਨਾਲ ਭਾਈ ਮਣੀ ਸਿੰਘ ਸਾਹਿਬ ਜੀ ਦੇ 3 ਗੁਰਮੁਖ ਵਿਦਿਆਰਥੀ ਮੁੱਖ ਸਨ, ਇਸੇ ਤਰੀਕੇ ਦੇ ਨਾਲ ਜੋ ਕਹਿ ਲਵੋ ਗਿਆਨੀ ਦੀ ਸੇਵਾ ਸੀ, ਅਰਥਾਂ ਦੀ ਸੇਵਾ ਮੁੱਖ ਪੜਾਉਣ ਦੀ, ਉਹ ਸੰਤ ਹਰਨਾਮ ਸਿੰਘ ਜੀ ਬੇਦੀ ਮਹਾਂਪੁਰਸ਼ ਜਿਹੜੇ ਸਨ, ਸੋ ਉਹਨਾਂ ਨੂੰ ਪ੍ਰਾਪਤ ਹੋਈ। ਉਹਨਾਂ ਵੱਲੋਂ ਬਾਬਾ ਬਿਸ਼ਨ ਸਿੰਘ ਜੀ ਮਹਾਂਪੁਰਸ਼